everyone, welcome to the session. ਅੱਜ ਦੀ ਕਲਾਸ 'ਚ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਕਲਾਸ ਦੀ ਕਿਤਾਬ ਵੈਲਕਮ ਲਾਈਫ ਸਵਾਗਤ ਜ਼ਿੰਦਗੀ ਤੇ ਉਹਦੇ ਵਿੱਚ ਇੰਗਲਿਸ਼ ਵਰਜਨ ਹੈ ਪਰ ਮੈਂ ਸਮਝਾਵਾਂਗੀ ਪੰਜਾਬੀ ਦੇ ਵਿੱਚ। ਠੀਕ ਹੈ, ਉਹਦਾ ਪਹਿਲਾ ਲੈਸਨ ਅੱਜ ਆਪਾਂ ਪੜ੍ਹਨ ਜਾ ਰਹੇ ਹਾਂ। ਪਹਿਲਾ ਪਾਰਟ, ਇਹਦੇ 3 ਪਾਰਟ ਹੈਗੇ ਨੇ। ਮੈਂ ਇੱਕ ਪਾਰਟ ਦੀ ਵੀਡੀਓ ਸਾਰਿਆਂ ਦੀ ਅਪਲੋਡ ਕੀਤੀ ਹੋਈ ਹੈ, ਤੁਸੀਂ ਜਾ ਕੇ ਦੇਖ ਸਕਦੇ ਹੋ। ਤੇ ਪਹਿਲਾ ਲੈਸਨ ਜਿਹੜਾ ਹੈ ਉਹਦਾ ਨਾਮ ਹੈਗਾ ਸੈਲਫ ਅਵੇਅਰਨੈਸ ਐਂਡ ਸੈਲਫ ਡਿਸਿਪਲਿਨ। ਕਹਿਣ ਦਾ ਮਤਲਬ ਸਵੈ ਜਾਗਰੂਕਤਾ ਅਤੇ ਨਾਲ ਦੀ ਨਾਲ ਸਵੈ ਅਨੁਸ਼ਾਸਨ ਬਾਰੇ ਆਪਾਂ ਪੜਾਂਗੇ। ਪਹਿਲਾ ਪਾਰਟ ਇਹ ਪਾਰਟ ਪੋਲਿਸ਼ਿੰਗ ਟੈਲੈਂਟ, ਯਾਨੀ ਕਿ ਜੋ ਵੀ ਤੁਹਾਡੇ ਵਿੱਚ ਹੁਨਰ ਹੈਗਾ ਉਹਨੂੰ ਹੋਰ ਉਭਾਰਨਾ, ਚੰਗਾ ਕਰਨਾ, ਠੀਕ ਕਰਨਾ, ਵਧੀਆ ਕਰਨਾ ਤਾਂ ਕਿ ਤੁਸੀਂ ਉਹਦਾ ਇਸਤੇਮਾਲ ਕਰ ਸਕੋ ਵਧੀਆ ਤਰੀਕੇ ਦੇ ਨਾਲ। ਉਹ ਕਿਵੇਂ ਹੋ ਸਕਦਾ ਹੈ? ਰੈਗੂਲਰ ਪ੍ਰੈਕਟਿਸ ਕਰਕੇ, ਨਿਯਮਿਤ ਤੌਰ ਦੇ ਨਾਲ ਅਭਿਆਸ ਕਰਕੇ, ਰਿਪੀਟਡ ਐਫਰਟਸ, ਵਾਰ-ਵਾਰ ਕੋਸ਼ਿਸ਼ਾਂ ਕਰਕੇ, will sharpen your skill, ਉਹ ਤੁਹਾਡੇ ਹੁਨਰ ਨੂੰ ਹੋਰ ਜ਼ਿਆਦਾ ਵਧੀਆ ਕਰਨਗੇ। make it shine very well, ਦੇ ਨਾਲ ਦੀ ਨਾਲ ਉਹਨੂੰ ਹੋਰ ਉਭਾਰਨਗੇ। every child is blessed with talent that makes him her special। ਦੇਖੋ, ਹਰੇਕ ਬੱਚੇ ਦੇ ਵਿੱਚ ਇੱਕ ਹੁਨਰ ਹੁੰਦਾ ਹੈ ਜੋ ਉਹਨੂੰ ਬਾਕੀਆਂ ਤੋਂ ਵੱਖਰਾ ਬਣਾਉਂਦਾ ਹੈ। It can be singing, beautiful writing, painting, literature, dance, rhetoric, household work, mechanical work and so on। ਇਹਦੇ ਵਿੱਚ ਇਹ ਦੱਸਿਆ ਗਿਆ ਵੀ ਉਹ ਜਿਹੜਾ ਹੁਨਰ ਹੁੰਦਾ ਹੈ ਨਾ ਹਰੇਕ ਬੱਚੇ ਦੇ ਵਿੱਚ, ਉਹ ਵੱਖਰਾ ਹੁੰਦਾ ਹੈ। ਕਹਿਣ ਦਾ ਮਤਲਬ ਕਿਸੇ ਦੇ ਵਿੱਚ ਹੁਨਰ ਹੋਏਗਾ ਗਾਣਾ ਗਾਉਣ ਦਾ, ਜਿਹਨੂੰ ਆਪਾਂ ਸਿੰਗਿੰਗ ਕਹਿੰਦੇ ਆ। ਕੋਈ ਬਹੁਤ ਵਧੀਆ ਲਿਖਾਈ ਕਰ ਸਕਦਾ ਹੈ, ਠੀਕ ਹੈ। ਕੋਈ ਬਹੁਤ ਵਧੀਆ ਪੇਂਟਿੰਗ ਕਰ ਸਕਦਾ ਹੈ, ਚਿੱਤਰਕਾਰੀ। ਕੋਈ ਲਿਟਰੇਚਰ ਵਧੀਆ ਲਿਖ ਸਕਦਾ ਹੈ, ਨਾਚ ਬਹੁਤ ਵਧੀਆ ਕਰ ਸਕਦਾ ਹੈ, ਡਾਂਸ ਕਰ ਸਕਦਾ ਹੈ। ਰਿਟੋਰਿਕ ਦਾ ਮਤਲਬ ਹੁੰਦਾ ਹੈ ਇਸ ਤਰੀਕੇ ਨਾਲ ਬੋਲਣਾ ਜਾਂ ਲਿਖਣਾ ਜਿਹਦੇ ਨਾਲ ਤੁਸੀਂ ਲੋਕਾਂ ਨੂੰ ਪ੍ਰਭਾਵਿਤ ਕਰ ਸਕੋ। ਤਾਂ ਇਹ ਵਰਡ ਯਾਦ ਰੱਖਿਓ, ਰਿਟੋਰਿਕ ਕਿਹਾ ਜਾਂਦਾ ਹੈ ਪ੍ਰਭਾਵਿਤ ਕਰਨ ਦਾ ਤਰੀਕਾ। ਕੋਈ ਘਰ ਦੇ ਕੰਮ ਵਿੱਚ ਬਹੁਤ ਵਧੀਆ ਹੋਏਗਾ, ਕੋਈ ਮਸ਼ੀਨਾਂ ਦੇ ਕੰਮ ਨਾਲ ਵਧੀਆ ਹੋਏਗਾ। ਇਦਾਂ ਕਰਕੇ ਹਰੇਕ ਦੇ ਵਿੱਚ ਕੋਈ ਨਾ ਕੋਈ ਹੁਨਰ ਬਹੁਤ ਵਧੀਆ ਹੁੰਦਾ। ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੁਹਾਡੇ ਵਿੱਚ ਕੀ ਹੁਨਰ ਹੈ। For example, as a child, we often fell and got injured while learning to ride a bicycle। ਜਿਵੇਂ ਬਚਪਨ ਦੇ ਵਿੱਚ ਹੁੰਦਾ ਹੀ ਆਇਆ ਸਾਡੇ ਨਾਲ ਵੀ ਆਪਾਂ ਜਦ ਸਾਈਕਲ ਸਿੱਖਦੇ ਸੀ ਚਲਾਉਣਾ ਤੇ ਉਹ ਆਪਾਂ ਤਾਂ ਹੀ ਸਿੱਖ ਪਾਉਂਦੇ ਸੀ ਜਦ ਆਪਾਂ ਬਾਰ-ਬਾਰ ਡਿੱਗਦੇ ਸੀ। But with repeated practice, we became proficient in cycling। ਤੇ ਬਾਰ-ਬਾਰ ਅਭਿਆਸ ਪ੍ਰੈਕਟਿਸ ਕਰਨ ਤੋਂ ਬਾਅਦ ਆਪਾਂ ਇਹ ਕਹਿ ਸਕਦੇ ਹਾਂ ਵੀ ਆਪਾਂ ਸਾਈਕਲ ਚਲਾਉਣ ਦੇ ਵਿੱਚ ਨਿਪੁੰਨ ਹੋ ਗਏ ਸੀ, ਵਧੀਆ ਆਪਾਂ ਨੂੰ ਸਾਈਕਲ ਚਲਾਉਣਾ ਆ ਗਿਆ ਸੀ। Similarly, while learning how to write at an initial stage of primary school level, your handwriting was not well। ਉਵੇਂ ਹੀ ਆਪਾਂ ਇਹ ਦੇਖ ਸਕਦੇ ਵੀ ਜਦ ਸਕੂਲ ਜਾਣਾ ਸ਼ੁਰੂ ਕੀਤਾ ਸੀ ਉਸ ਵੇਲੇ ਸਾਡੀ ਜਿਹੜੀ ਲਿਖਾਈ ਸੀ ਉਹ ਇੰਨੀ ਵਧੀਆ ਨਹੀਂ ਸੀ। You became able to make your writing neat after years in the 5th standard। ਤੇ 5ਵੀਂ ਕਲਾਸ ਤੋਂ ਬਾਅਦ ਤੁਹਾਨੂੰ ਪਤਾ ਲੱਗਿਆ ਵੀ ਏਦਾਂ ਲਿਖਿਆ ਜਾਂਦਾ ਹੈ, ਇਹਨੂੰ ਰਾਈਟਿੰਗ ਨੂੰ ਇਸ ਤਰੀਕੇ ਨਾਲ ਉਭਾਰਿਆ ਜਾ ਸਕਦਾ ਹੈ, ਵਧੀਆ ਲਿਖਿਆ ਜਾ ਸਕਦਾ ਹੈ, ਠੀਕ ਹੈ। It was the result of your continuous practice। ਤੇ ਵਧੀਆ ਕਿਵੇਂ ਹੋਈ? ਕਿਉਂਕਿ ਤੁਸੀਂ ਲਗਾਤਾਰ ਲਿਖਾਈ ਦੇ ਉੱਤੇ ਪ੍ਰੈਕਟਿਸ ਕੀਤੀ। Due to this skill of yours, you bagged first position in the state level writing competition। ਤੇ ਹੋ ਸਕਦਾ ਇਸ ਹੁਨਰ ਸਦਕਾ ਤੁਹਾਡਾ ਜਿਹੜਾ ਸਟੇਟ ਲੈਵਲ ਤੇ ਕੰਪੀਟੀਸ਼ਨ ਹੋਇਆ ਸੀ ਲਿਖਾਈ ਦਾ ਉਹਦੇ ਵਿੱਚ ਤੁਸੀਂ ਫਰਸਟ ਆਏ ਸੀ। ਹੁਣ ਇੱਥੇ ਇੱਕ ਐਕਟੀਵਿਟੀ ਦਿੱਤੀ ਗਈ ਹੈ, ਲੈਟਸ ਆਈਡੈਂਟੀਫਾਈ ਯੋਰ ਹਿਡਨ ਸਕਿੱਲ, ਵੀ ਤੁਹਾਡੇ ਵਿੱਚ ਕਿਹੜਾ ਛਿਪਿਆ ਹੋਇਆ ਹੁਨਰ ਹੈਗਾ। Now we will write about our inner skills on the worksheet। ਵਿੱਚ ਤੁਹਾਡਾ ਕਿਹੜਾ ਹੁਨਰ ਹੈਗਾ ਤੁਸੀਂ ਇੱਥੇ ਲਿਖਣਾ ਹੈ। ਜਿਵੇਂ I like playing, writing, singing or drawing। ਤੁਹਾਨੂੰ ਕਿਹੜਾ ਹੁਨਰ ਪਸੰਦ ਹੈ? ਖੇਡਣਾ, ਲਿਖਣਾ, ਗਾਉਣਾ ਜਾਂ ਡਰਾਇੰਗ ਕਰਨਾ। ਉਸ ਹਿਸਾਬ ਨਾਲ ਬਾਕੀ ਦੇ ਸਵਾਲਾਂ ਦੇ ਜਵਾਬ ਦੇਣੇ ਨੇ। ਮੈਂ ਇੱਥੇ ਡਰਾਇੰਗ ਲਿਖਿਆ, ਠੀਕ ਹੈ। I enjoy connecting with this artistic skill। ਤੇ ਮੈਨੂੰ ਇਸ ਕਲਾਤਮਕ ਹੁਨਰ ਦੇ ਨਾਲ ਜੁੜਨ ਦੇ ਵਿੱਚ ਬਹੁਤ ਮਜ਼ਾ ਆਉਂਦਾ ਹੈ। I have this skill from childhood। ਇਹ ਬਚਪਨ ਤੋਂ ਹੀ ਹੈਗਾ ਮੇਰੇ ਵਿੱਚ ਹੁਨਰ। ਇੱਥੇ ਆਏਗਾ and I get satisfied when I share it with my parents or peers। ਦੋਸਤਾਂ ਨਾਲ ਜਦ ਇਹ ਹੁਨਰ ਸ਼ੇਅਰ ਕਰਦੀ ਹਾਂ then I get a good sleep। ਵੀ ਵਧੀਆ ਨੀਂਦ ਆਉਂਦੀ ਹੈ ਉਹਨਾਂ ਨੂੰ ਦਿਖਾ ਕੇ ਵੀ ਮੈਂ ਇਹ ਕੰਮ ਕੀਤਾ। Even in dreams, I stay connected with the skill of drawing। ਤੇ ਜਦ ਮੈਂ ਸੁਪਨੇ ਵੀ ਲੈਂਦੀ ਹਾਂ ਉਹਦੇ ਵਿੱਚ ਵੀ ਮੈਂ ਹੁਨਰ ਦੇ ਨਾਲ ਆਪਣੇ ਜੁੜੇ ਹੋਏ ਰਹਿੰਦੀ ਹਾਂ, ਠੀਕ ਹੈ। ਇੱਥੇ ਕੁਝ ਤਸਵੀਰਾਂ ਦਿੱਤੀਆਂ ਹੋਈਆਂ, ਜਿਵੇਂ ਕਿਸੇ ਨੂੰ ਸ਼ੋ ਅਪ ਪੁੱਟ ਅਪ ਕਰਨ ਦਾ ਸ਼ੌਂਕ ਹੈ, ਕੋਈ ਖੇਲ ਦੇ ਵਿੱਚ ਵਧੀਆ ਹੋਇਆ, ਕੋਈ ਕਲੇ ਬਣਾਉਣ ਦੇ ਵਿੱਚ ਵਧੀਆ ਹੈਗਾ। ਅੱਗੇ ਦਿੱਤੀ ਹੋਈ ਹੈ ਐਕਟੀਵਿਟੀ, ਦ ਸਟੂਡੈਂਟਸ ਹੂ ਲਾਈਕ ਸਿੰਗਿੰਗ। ਇੱਥੇ ਦੱਸਿਆ ਗਿਆ ਜਿਨ੍ਹਾਂ ਨੂੰ ਗਾਣਾ ਪਸੰਦ ਹੈ ਵਿਲ ਬੀ ਆਸਕਡ ਟੂ ਸਿੰਗ ਅ ਸੌਂਗ ਇਨ ਐਨੀ ਲੈਂਗੁਏਜ ਦੇ ਲਾਈਕ। ਜਿਹੜੀ ਵੀ ਭਾਸ਼ਾ 'ਚ ਉਹਨਾਂ ਨੂੰ ਗਾਣਾ ਪਸੰਦ ਹੈ ਉਹ ਗਾਣਾ ਗਾ ਕੇ ਸੁਣਾਉਣਗੇ। They can recite poems from their Punjabi, Hindi or English books in their own style। ਤੇ ਪੰਜਾਬੀ, ਇੰਗਲਿਸ਼, ਹਿੰਦੀ ਦੇ ਕਿਤਾਬਾਂ ਦੇ ਵਿੱਚੋਂ ਪੋਇਮ, ਕਵਿਤਾਵਾਂ ਵੀ ਉਹ
ਸੁਣਾ ਸਕਦੇ ਨੇ। ਅੱਗੇ ਸਟੂਡੈਂਟਸ ਇੰਟਰਸਟਿਡ ਇਨ ਰਾਈਟਿੰਗ, ਜਿਨ੍ਹਾਂ ਨੂੰ ਲਿਖਣਾ ਪਸੰਦ ਹੈ, ਵਿਲ ਰਾਈਟ 3 sentences on the topic my dream। ਆਪਣੀ ਡ੍ਰੀਮ ਦੇ ਉੱਤੇ ਤੁਸੀਂ 3 sentences ਲਿਖਣੇ ਨੇ। ਜਿਵੇਂ ਹੁਣ ਮੈਂ ਇੱਥੇ ਦਾ ਜਵਾਬ ਅਲੱਗ-ਅਲੱਗ ਤਰੀਕੇ ਵਿੱਚ ਲਿਖਿਆ, ਜਿਹੜਾ ਵੀ ਤੁਹਾਨੂੰ ਪੈਰਾਗ੍ਰਾਫ ਵਧੀਆ ਲੱਗਦਾ, ਆਈਡੀਆ ਵਧੀਆ ਲੱਗਦਾ, ਤੁਸੀਂ ਉਹ ਕਾਪੀ ਕਰ ਸਕਦੇ ਹੋ। ਮੈਂ ਇੱਥੇ ਜਿਵੇਂ ਸਭ ਤੋਂ ਪਹਿਲਾਂ ਲਿਖਿਆ ਮਾਈ ਡ੍ਰੀਮ ਜੌਬ ਹੈਗੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇੰਜੀਨੀਅਰ ਬਣਨਾ। ਜਿਹੜੀ AI ਟੈਕਨੋਲੋਜੀ ਚੱਲ ਰਹੀ ਹੈ ਨਾ, ਮੂੰਹ ਹਿਲਾਇਆ ਜਾਂਦਾ ਇੱਕ ਤਸਵੀਰ ਪਾ ਕੇ, ਤੁਸੀਂ ਦੇਖੀਆਂ ਹੋਣੀਆਂ ਵੀਡੀਓਜ਼, ਉਹਨੂੰ ਆਰਟੀਫਿਸ਼ੀਅਲ ਟੈਕਨੋਲੋਜੀ ਕਿਹਾ ਜਾਂਦਾ ਹੈ। ਕੁਝ ਵੀ ਪੁੱਛ ਲਓ, ਹਰੇਕ ਚੀਜ਼ ਦਾ ਜਵਾਬ ਮਿਲ ਜਾਂਦਾ ਹੈ, ਇੱਦਾਂ ਲੱਗਦਾ ਤੁਸੀਂ ਬੰਦੇ ਨਾਲ ਹੀ ਗੱਲ ਕਰ ਰਹੇ ਹੋ। ਉਸ ਚੀਜ਼ ਦਾ ਇੰਜੀਨੀਅਰ ਬਣਨਾ, ਉਹਦੇ ਵਿੱਚ ਵਾਧਾ ਕਰਨਾ, ਉਹ ਮੇਰੀ ਜੌਬ ਇੱਕ ਡ੍ਰੀਮ ਜੌਬ ਹੈਗੀ ਹੈ। ਤੇ ਇੱਥੇ ਮੈਂ ਲਿਖਿਆ ਇਨ ਦ ਫਿਊਚਰ ਆਈ ਡ੍ਰੀਮ ਆਫ ਬਿਕਮਿੰਗ ਐਨ ਆਰਟੀਫਿਸ਼ੀਅਲ ਇੰਟੈਲੀਜੈਂਸ, ਯਾਨੀ AI ਇੰਜੀਨੀਅਰ ਬਣਨ ਦਾ ਮੇਰਾ ਸੁਪਨਾ ਹੈਗਾ, ਉਹ ਮੈਂ ਸੁਪਨਾ ਦੇਖਦੀ ਹਾਂ ਜਾਂ ਦੇਖਦਾ। ਆਮ ਫੈਸੀਨੇਟਿਡ ਬਾय द वे AI कैन सॉल्व प्रॉब्लम्स एंड इंप्रूव लाइव्स। ਵੀ ਮੈਂ ਬਹੁਤ ਜ਼ਿਆਦਾ ਆਕਰਸ਼ਕ ਹਾਂ ਕਿ ਜਿਸ ਤਰੀਕੇ ਦੇ ਨਾਲ AI ਜਿਹੜਾ ਹੈ ਉਹ ਸਮੱਸਿਆਵਾਂ ਦਾ ਹੱਲ ਕਰ ਸਕਦਾ ਤੇ ਜੀਵਨ ਦੇ ਵਿੱਚ ਸੁਧਾਰ ਕਰਦਾ ਹੈ। As an engineer, I would love to develop new AI technologies that can benefit society like healthcare robots or sustainable energy solutions। ਤੇ ਮੈਂ ਵੀ ਇੰਜੀਨੀਅਰ ਹੋਣ ਦੇ ਨਾਤੇ ਮੈਂ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੀ ਜੋ ਤਕਲੀਫਾਂ ਸਮਾਜ ਦੇ ਵਿੱਚ ਹੈਗੀਆਂ, ਜਿਵੇਂ ਕਿ ਮੈਂ ਹੈਲਥ ਕੇਅਰ ਦੇ ਰੋਬੋਟਸ ਬਣਾ ਕੇ ਲੈ ਕੇ ਆਵਾਂਗੀ, ਜਿਹਦੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਵੀ ਮੈਡੀਕਲ ਫੀਲਡ ਦੇ ਵਿੱਚ ਹੈਲਪ ਹੋਏਗੀ, ਕਿਉਂਕਿ ਹਸਪਤਾਲਾਂ ਵਿੱਚ ਕਈ ਵਾਰ ਡਾਕਟਰ ਨਹੀਂ ਹੁੰਦੇ ਜਾਂ ਨਰਸ ਨਹੀਂ ਹੁੰਦੀ, ਉਸ ਟਾਈਪ ਦੀ ਮਦਦ। ਤੇ ਨਾਲ ਦੀ ਨਾਲ ਮੈਂ ਇਸ ਤਰੀਕੇ ਦੇ ਨਾਲ ਕੰਮ ਕਰਨਾ ਚਾਹੁੰਦੀ ਹਾਂ ਜਿਹਦੇ ਨਾਲ ਆਪਾਂ એનર્ਜੀ ਦੇ ਬਚਾ ਕੇ ਸੋਲੂਸ਼ਨਸ ਕੱਢ ਸਕੀਏ, ਉਹਨੂੰ ਸੋਲਵ ਕਰ ਸਕੀਏ, ਕਿਉਂਕਿ ਅੱਜ ਕੱਲ ਕੋਇਲਾ ਵਗੈਰਾ ਸਭ ਖਤਮ ਹੋ ਰਿਹਾ ਹੈ ਨਾ, ਤੇ ਪ੍ਰੋਬਲਮ ਹੁੰਦੀ ਜਾ ਰਹੀ ਹੈ। ਤੇ ਉਹਨਾਂ ਚੀਜ਼ਾਂ ਦਾ ਸੋਲੂਸ਼ਨ ਕੱਢਣ ਦੀ ਕੋਸ਼ਿਸ਼ ਕਰਾਂਗੀ ਕਿ ਵਾਤਾਵਰਣ ਸੁਖਾਲਾ ਕਿਵੇਂ ਰਹਿ ਸਕੇ। ਦੂਜੀ ਚੀਜ਼ ਮੈਂ ਲਿਖੀ ਹੈ ਟਰੈਵਲਿੰਗ ਦ ਵਰਲਡ ਐਂਡ ਲਰਨਿੰਗ ਕਲਚਰਸ। ਮੈਂ ਪੂਰੀ ਦੁਨੀਆ ਦੀ ਯਾਤਰਾ ਕਰਨੀ ਚਾਹੁੰਦੀ ਹਾਂ, ਵਿਸ਼ਵ ਯਾਤਰਾ ਕਰਨੀ ਚਾਹੁੰਦੀ ਹਾਂ ਤੇ ਬਾਕੀ ਸਾਰੇ ਸੱਭਿਆਚਾਰਾਂ ਤੋਂ ਕੁਝ ਨਾ ਕੁਝ ਸਿੱਖਣਾ ਚਾਹੁੰਦੀ ਹਾਂ, ਵੀ ਇਹ ਮੇਰਾ ਸੁਪਨਾ ਹੈ। ਤੇ ਮੈਂ ਇੱਥੇ ਲਿਖਿਆ ਮਾਈ ਬਿਗੇਸਟ ਡ੍ਰੀਮ ਇਜ਼ ਟੂ ਟਰੈਵਲ ਦ ਵਰਲਡ, ਵੀ ਦੁਨੀਆ ਦੇਖਣੀ ਐਂਡ ਐਕਸਪੀਰੀਅੰਸ ਡਿਫਰੈਂਟ ਕਲਚਰਸ, ਵੀ ਵੱਖ-ਵੱਖ ਸੱਭਿਆਚਾਰਾਂ ਦਾ ਅਨੁਭਵ ਕਰਨਾ ਹੈ। I want to explore historic landmarks, taste exotic cuisines and meet people from all walks of life। ਵੀ ਮੈਂ ਆਪਾਂ ਇਹ ਕਹਿ ਸਕਦੇ ਹਾਂ ਵੀ ਜਦ ਮੈਂ ਦੁਨੀਆ ਘੁੰਮਣੀ ਆ ਤਾਂ ਜਿਹੜੀ ਇਤਿਹਾਸਿਕ ਚੀਜ਼ਾਂ ਹੈਗੀਆਂ ਨੇ, ਸਥਾਨ ਹੈਗੇ ਨੇ ਇਤਿਹਾਸਕ, ਉਹਨਾਂ ਨੂੰ ਦੇਖਣਾ ਹੈ। ਖਾਸ ਤੌਰ ਤੇ ਆਪਾਂ ਇਹ ਕਹਿ ਸਕਦੇ ਹਾਂ ਵਿਦੇਸ਼ੀ ਪਕਵਾਨ ਖਾਣੇ ਨੇ, ਠੀਕ ਹੈ, ਉਹਨਾਂ ਦਾ ਸਵਾਦ ਲੈਣਾ ਤੇ ਜੀਵਨ ਦੇ ਹਰ ਖੇਤਰ ਤੋਂ ਲੋਕਾਂ ਨੂੰ ਮਿਲਣਾ ਹੀ ਮਿਲਣਾ, ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ। Through travel, I hope to broaden my horizon and gain a deeper understanding of the world we live in। ਤੇ ਇਸ ਤਰੀਕੇ ਦੇ ਨਾਲ ਯਾਤਰਾ ਕਰਕੇ ਪੂਰੀ ਦੁਨੀਆ ਦੇ ਵਿੱਚ ਘੁਲ ਮਿਲ ਕੇ ਮੈਂ ਆਪ ਸੰਸਾਰ ਬਾਰੇ ਆਪਣੀ ਜਿਹੜੀ ਸਮਝ ਹੈ ਉਹਨੂੰ ਹੋਰ ਵਧਾਉਣਾ ਚਾਹੁੰਦੀ ਹਾਂ ਤੇ ਇਹ ਉਮੀਦ ਕਰਦੀ ਹਾਂ ਮੈਨੂੰ ਸਮਝ ਆਏਗਾ ਵੀ ਆਪਾਂ ਦੁਨੀਆ ਦੇ ਵਿੱਚ ਕਿਵੇਂ ਵਧੀਆ ਤਰੀਕੇ ਨਾਲ ਰਹਿ ਸਕਦੇ ਆ, ਰਹਿੰਦੇ ਆਏ ਆ, ਕਿਵੇਂ ਦੁਨੀਆ ਚੱਲਦੀ ਹੈ, ਵਸਦੀ ਹੈ। ਤੀਜਾ ਮੈਂ ਲਿਖਿਆ ਤੁਸੀਂ ਚਾਹੇ ਇੱਕ ਹੀ ਲਿਖਣਾ ਹੈ ਪਰ ਮੈਂ ਤੁਹਾਨੂੰ ਆਪਸ਼ਨਸ ਦੇ ਰਹੀ ਹਾਂ। ਮੇਕਿੰਗ ਅ ਪੋਜ਼ਿਟਿਵ ਇੰਪੈਕਟ ਥਰੂ ਮਿਊਜ਼ਿਕ, ਸੰਗੀਤ ਦੁਆਰਾ ਇੱਕ ਵਧੀਆ ਪ੍ਰਭਾਵ ਪਾਉਣਾ ਸਮਾਜ ਤੇ। देखो मैं इत्थे लिखिया म्यूजिक हैज ऑलवेज बीन अ ह्यूज पार्ट ऑफ माई लाइफ, भी संगीत हमेशा मेरी जिंदगी का बड़ा हिस्सा रहा है। माई ड्रीम इज टू यूज म्यूजिक टू मेक अ पॉजिटिव इंपैक्ट ऑन द वर्ल्ड। मेरा एक सुपना है भी म्यूजिक नु यूज करके दुनिया ते एक वधिया इंपैक्ट पाना, असर पाना है। Whether it's composing music for social causes or using music therapy to help others, भी हो सकता है ये जिहड़ा म्यूजिक हैगा, संगीत हैगा, ये मैं किसी दी मदद करन लई लिखां, ठीक है, समाज की मदद करने के लिए लिखा, या फिर इस तरीके नाल लिखिया हो जिन्हों सुन के लोगों को स्ट्रेस घट होए, वधिया लगे। आई वॉन्ट टू यूज माई पैशन टू इंस्पायर एंड अपलिफ्ट पीपल, ते मैं लोगों को प्रेरणा देना चाहती हाँ। ते इहदे नाल लोगों का मानसिक जिहड़ा आपां ये कह सकते हैं कई बार हो जाता है ना, गड़बड़ा जाता है भी मेरे तो ये नहीं होना, उन्होंने चकना चाहती है भी जे कोई चाहे तो वो कोई भी चीज हासिल कर सकता है। अगली मैं चीज लिखी है ओपनिंग अ बुक कैफे एंड कम्युनिटी स्पेस, भी मैं किताबां पढ़न का एक कैफे जिथे किताब भी पढ़ सकते हो, कॉफी भी पी सकते हो ते कम्युनिटी स्पेस आके गलबात कर सकते हो, उस तरीके का कुछ खोलना चाहती हाँ। वन डे आई ड्रीम ऑफ ओपनिंग अ कोजी बुक कैफे, छोटा जिहा that doubles as a community space, ਜਿਹੜਾ ਇਹ ਵੀ ਕੰਮ ਕਰੇ ਵੀ ਲੋਕ ਜਿਹੜੇ ਨੇ ਉੱਥੇ ਆ ਕੇ ਗੱਲਬਾਤ ਵੀ ਕਰ ਸਕਣ। It would be a place where people can come together, enjoy a good book, sip on coffee and connect with others। ਵੀ ਆ ਕੇ ਕਿਤਾਬ ਪੜੋ, कॉफी पियो ते दूजियां नाल गलबात करो, मेल जोल करो। I believe in the power of stories and fostering a sense of community। भी कहानियां ਜਿਹੜੀਆਂ ਹੈਗੀਆਂ ਨੇ
ਉਹ ਬਹੁਤ ਇੰਸਪਾਇਰ ਕਰਦੀਆਂ ਲੋਕਾਂ ਨੂੰ ਤੇ ਨਾਲ ਦੀ ਨਾਲ ਇਕਜੁੱਟ ਵੀ ਲੈ ਕੇ ਆਉਂਦੀਆਂ ਲੋਕਾਂ ਨੂੰ। ਫਿਰ ਮੈਂ ਲਿਖਿਆ ਬਿਕਮਿੰਗ ਅ ਚੈਂਪੀਅਨ ਫॉर ਇਨਵਾਇਰमेंटल ਸਸਟੇਨੇਬਿਲਿਟੀ, ਵਾਤਾਵਰਣ ਨੂੰ ਠੀਕ ਕਰਨ ਦੇ ਲਈ ਜਾਗਰੂਕਤਾ ਪੈਦਾ ਕਰਨੀ। ਦ ਫਿਊਚਰ ਆਫ ਆਰ ਪਲੈਨਟ ਇਜ਼ ਅ ਮੇਜਰ ਕੰਸਰਨ ਫॉर ਮੀ, ਮੈਨੂੰ ਪਤਾ ਹੈ ਵੀ ਜਿਹੜੀ ਦੁਨੀਆ ਵਿੱਚ ਆਪਾਂ ਵਸਦੇ ਹਾਂ ਉਹਦਾ ਫਿਊਚਰ ਜਿਹੜਾ ਹੈਗਾ ਉਹ ਜ਼ਿਆਦਾ ਵਧੀਆ ਨਹੀਂ ਹੈ, ਕਿਉਂਕਿ ਆਪਾਂ ਇੰਨਾ ਪ੍ਰਦੂਸ਼ਣ ਕਰਤਾ ਹੈ। ਐਤਕੀ ਇੰਨੀ ਗਰਮੀ ਪਈ ਆ, ਤੁਹਾਨੂੰ ਪਤਾ ਹੈ, ਠੀਕ ਹੈ, ਮੌਸਮ ਬਦਲਦੇ ਜਾ ਰਹੇ ਨੇ, ਮੀਂਹ ਬਾਰਿਸ਼ਾਂ ਤਬਾਹੀ ਮਚਾ ਰਹੀਆਂ ਨੇ, ਤੇ ਮੇਰੇ ਲਈ ਇੱਕ ਬਹੁਤ ਵੱਡਾ ਆਪਾਂ ਕਹਿ ਸਕਦੇ ਹਾਂ ਚਿੰਤਾ ਦਾ ਵਿਸ਼ੇ ਹੈਗਾ। ਮਾਈ ਡ੍ਰੀਮ ਇਜ਼ ਟੂ ਬਿਕਮ ਅ ਚੈਂਪੀਅਨ ਫॉर ਇਨਵਾਇਰमेंटल ਸਸਟੇਨੇਬਿਲਿਟੀ, ਤੇ ਮੈਂ ਲੋਕਾਂ ਨੂੰ ਇਹ ਸਿੱਖਿਆ ਦੇਣਾ ਚਾਹੁੰਦੀ ਹਾਂ ਵੀ ਵਾਤਾਵਰਣ ਨੂੰ ਠੀਕ ਰੱਖਣਾ ਬਹੁਤ ਜ਼ਰੂਰੀ ਹੈ। I want to work towards solutions that can protect our planet, ਮੈਂ ਉਹ ਹੱਲ ਕੱਢਨੇ ਚਾਹੁੰਦੀ ਹਾਂ ਜਿਹਦੇ ਨਾਲ ਆਪਾਂ ਆਪਣਾ ਜਿਹੜਾ ਗ੍ਰਹਿ ਹੈ, ਪਲੈਨਟ ਹੈ, ਉਹਨੂੰ ਬਚਾ ਸਕੀਏ। from advocating for renewable energy sources to promoting eco-friendly practices, ਮਤਲਬ ਉਹ ਵਾਲੀਆਂ ਚੀਜ਼ਾਂ ਯੂਜ਼ ਕਰੋ, ਉਹ ਊਰਜਾ ਦੇ ਸਰੋਤ ਯੂਜ਼ ਕਰੋ ਜਿਹੜੇ ਰਿਨਿਊਏਬਲ ਹੈਗੇ ਨੇ, ਵਾਰ-ਵਾਰ ਤੁਹਾਨੂੰ ਮਿਲ ਸਕਦੇ ਨੇ, ਆ ਸਕਦੇ ਨੇ, ਖਤਮ ਨਹੀਂ ਹੁੰਦੇ। ਤੇ ਨਾਲ ਦੀ ਨਾਲ ਉਹ ਵਾਲੀਆਂ ਚੀਜ਼ਾਂ ਯੂਜ਼ ਕਰੋ ਜਿਹੜੀਆਂ ਕਿ ਇਨਵਾਇਰਨਮੈਂਟ ਫ੍ਰੈਂਡਲੀ ਹੈਗੀਆਂ ਨੇ, ਪਲਾਸਟਿਕ ਦਾ ਇਸਤੇਮਾਲ ਬੰਦ ਕਰ ਦਿਓ। ਠੀਕ ਹੈ ਜੀ, ਤੇ ਇਹ ਸੀਗੇ ਮੇਰੇ ਆਪਸ਼ਨਸ ਜੋ ਮੈਂ ਲਿਖੇ ਸੀ। ਹੁਣ ਆਪਾਂ ਵਾਪਸ ਅੱਗੇ ਚੱਲਦੇ ਹਾਂ। ਅੱਗੇ ਇੱਥੇ ਲਿਖਿਆ ਗਿਆ ਸਟੂਡੈਂਟਸ ਇੰਟਰਸਟਿਡ ਇਨ ਪੇਂਟਿੰਗ, ਜਾਂ ਜਿਨ੍ਹਾਂ ਨੂੰ ਆਰਕੀਟੈਕਚਰ ਪਸੰਦ ਹੈਗਾ, ਚਿੱਤਰਕਾਰੀ ਪਸੰਦ ਹੈ, ਕੈਨ ਰਾਈਟ ਔਰ ਡਰਾ ਔਨ ਨੋਟਬੁੱਕ ਔਰ ਸ਼ੀਟ ਦ ਟਾਈਪ ਆਫ ਕੰਸਟਰਕਸ਼ਨ ਦੇ ਡ੍ਰੀਮ ਆਫ। ਕੰਸਟਰਕਸ਼ਨ ਆਰਕੀਟੈਕਟ ਵੀ ਕਿਸ ਤਰੀਕੇ ਦੀ ਇਮਾਰਤ ਬਣਾਣੀ ਹੈ। ਜੇ ਪੇਂਟਿੰਗ ਪਸੰਦ ਹੈ ਤਾਂ ਪੇਂਟਿੰਗ ਤੁਸੀਂ ਦੱਸੋਗੇ ਵੀ ਕਿਹੇ ਜੀ ਹੋਣੀ ਚਾਹੀਦੀ ਹੈ। ਤੇ the rest of the students can present their skill as per their interest, ਤੇ ਜਿਨ੍ਹਾਂ ਨੂੰ ਬਾਕੀ ਹੋਰ ਵੀ ਹੁਨਰ ਪਸੰਦ ਹੈ ਉਹ ਆਪਣੇ ਹਿਸਾਬ ਦੇ ਨਾਲ ਉਹਦਾ ਜਵਾਬ ਦੇ ਸਕਦੇ ਨੇ। ਇੱਥੇ ਇੱਕ ਸਵਾਲ ਪੁੱਛਿਆ ਗਿਆ ਰਾਈਟਿੰਗ ਅਬਾਊਟ ਯੋਰ ਫੇਵਰੇਟ ਫੀਲਡ, ਤੁਹਾਡੀ ਫੇਵਰੇਟ ਫੀਲਡ ਕੀ ਹੈਗੀ ਆ ਉਹਦੇ ਬਾਰੇ ਲਿਖਣਾ ਹੈ। ਤੇ ਮੈਂ ਇੱਥੇ ਲਿਖਿਆ ਸਾਰੇ ਜਵਾਬ ਦਿੱਤੇ ਨੇ, ਜਿਵੇਂ ਮੈਂ ਰਾਈਟਿੰਗ ਦਾ ਅਲੱਗ ਲਿਖਿਆ, ਜੇ ਕਿਸੇ ਦੀ ਫੀਲਡ ਰਾਈਟਿੰਗ ਹੈ, ਡਰਾਇੰਗ ਦੀ ਹੈਗੀ ਹੈ ਤਾਂ ਵੀ ਮੈਂ ਲਿਖਿਆ, ਤੇ ਸਿੰਗਿੰਗ ਹੈਗੀ ਹੈ ਤਾਂ ਵੀ ਲਿਖਿਆ, ਤਿੰਨੋਂ ਆਨਸਰ ਲਿਖੇ ਨੇ। ਮੈਂ ਦੱਸ ਦਿੰਦੀ ਹਾਂ ਮੈਂ ਕੀ ਲਿਖਿਆ। ਜੇ ਰਾਈਟਿੰਗ ਹੈ ਤਾਂ ਮੈਂ ਇੱਥੇ ਲਿਖਿਆ ਰਾਈਟਿੰਗ ਹੈਜ਼ ਆਲਵੇਜ਼ ਬੀਨ ਮਾਈ ਪੈਸ਼ਨ ਐਂਡ ਮਾਈ ਫੇਵਰੇਟ ਵੇ ਟੂ ਐਕਸਪ੍ਰੈਸ ਮਾਈ ਸੈਲਫ, ਵੀ ਲਿਖਣਾ ਹਮੇਸ਼ਾ ਤੋਂ ਮੇਰਾ ਹੁਨਰ ਰਿਹਾ ਤੇ ਆਪਣੇ ਆਪ ਦੇ ਆਈਡੀਆਜ਼ ਵਿਚਾਰ ਪ੍ਰਗਟ ਕਰਨ ਦਾ ਸਭ ਤੋਂ ਮਨਪਸੰਦ ਤਰੀਕਾ ਮੇਰਾ ਲਿਖਣਾ ਹੀ ਹੈ, ਗੱਲਬਾਤ ਕਰਨਾ ਨਹੀਂ, ਲਿਖ ਕੇ ਦੱਸਣਾ। I love creating stories that transport readers to different worlds and times, ਮੈਂ ਅਜਿਹੀਆਂ ਕਹਾਣੀਆਂ ਲਿਖਣੀਆਂ ਬਹੁਤ ਪਸੰਦ ਕਰਦੀ ਹਾਂ ਜਿਹੜੀਆਂ ਲੋਕਾਂ ਨੂੰ ਦੂਜੀ ਦੁਨੀਆ 'ਚ ਲੈ ਜਾਏ। My favorite genre to write are, मतलब किस तरीके के टॉपिक में लिख दिया, फैंटेसी एंड साइंस फिक्शन, ठीक है, जिहदी कल्पना ही दुनिया होंदी है, साइंस फिक्शन जिवें कोई चमत्कार हो जाए साइंस दे विच जिहड़ा रियल नहीं हुंदा, बिकॉज दे अलाउ लिमिटलेस क्रिएटिविटी, जो मन चाहता है वो तुसीं लिख सकते हो। I often draw inspiration from books I read and the movies I watch, ਤੇ ਮੈਨੂੰ ਪ੍ਰੇਰਨਾ ਕਿੱਥੋਂ ਮਿਲਦੀ ਹੈ, ਜਿਹੜੀ ਕਿਤਾਬਾਂ ਮੈਂ ਪੜ੍ਹਦੀ ਹਾਂ, ਜਿਹੜੀਆਂ ਮੂਵੀਜ਼ ਮੈਂ ਦੇਖਦੀ ਹਾਂ। Writing helps me to relax and unwind after a busy day at school, ਤੇ ਜਦ ਮੈਂ ਲਿਖਦੀ ਹਾਂ ਤਾਂ ਮੈਂ ਥੋੜਾ ਰਿਲੈਕਸ ਮਹਿਸੂਸ ਕਰਦੀ ਹਾਂ, ਸਕੂਲ ਤੋਂ ਆ ਕੇ ਜਿਵੇਂ ਥਕਾਵਟ ਹੁੰਦੀ ਹੈ ਨਾ, ਰਾਈਟਿੰਗ ਮੈਨੂੰ ਪੂਰਾ ਰਿਲੈਕਸ ਕਰ ਦਿੰਦੀ ਹੈ। ਅਗਲਾ, I enjoy crafting characters with unique personalities and complex backgrounds, ਮੈਨੂੰ ਮਤਲਬ ਸਟੋਰੀ ਦੇ ਵਿੱਚ ਅਜਿਹੇ ਪਾਤਰ ਪਾਣੇ ਪਸੰਦ ਨੇ ਜਿਨ੍ਹਾਂ ਦੀ ਇੱਕ ਕੰਪਲੈਕਸ ਸਟੋਰੀ ਰਹੀ ਹੋਏ, ਵੱਖਰੇ ਜਿਹੇ ਕੈਰੈਕਟਰਸ, ਆਮ ਕੈਰੈਕਟਰ ਨਹੀਂ। My dream is to become a published author and share my stories with a wider audience, ਵੀ ਮੈਂ ਇੱਕ ਵਧੀਆ author ਬਣਾ, ਕਹਾਣੀਆਂ ਲਿਖਾਂ ਤੇ ਆਪਣੀਆਂ ਕਹਾਣੀਆਂ ਜਿਹੜੀਆਂ ਲੋਕਾਂ ਤੱਕ ਪਹੁੰਚਾਵਾਂ। Participating in writing competitions and workshops has helped me improve my skill, ਮੈਂ competitions ਦੇ ਵਿੱਚ, ਮੁਕਾਬਲਿਆਂ ਦੇ ਵਿੱਚ, ਵਰਕਸ਼ਾਪਸ ਦੇ ਵਿੱਚ ਭਾਗ ਲੈਂਦੀ ਹਾਂ, ਜਿਹਦੇ ਨਾਲ ਮੇਰਾ ਹੁਨਰ ਜਿਹੜਾ ਹੈ ਉਹ ਹੋਰ ਉਹਦੇ ਵਿੱਚ ਸੁਧਾਰ ਹੁੰਦਾ ਹੈ, ਮੈਨੂੰ ਮੇਰੀਆਂ ਗਲਤੀਆਂ ਬਾਰੇ ਪਤਾ ਲੱਗਦਾ ਹੈ। I appreciate the feedback I receive from my peers and teachers as it helps me grow as a writer, ਤੇ ਜਿਹੜਾ ਵੀ ਲੋਕ ਮੈਨੂੰ ਫੀਡਬੈਕ ਦਿੰਦੇ ਨੇ, ਮੇਰੇ ਸਾਥੀ ਜਿਹੜੇ ਨੇ, ਦੋਸਤ ਨੇ, ਅਧਿਆਪਕ ਨੇ, ਜੋ ਵੀ ਮੈਨੂੰ ਰਾਏ ਦਿੰਦੇ ਨੇ, ਉਹਦੇ ਨਾਲ ਮੇਰੀ ਇੰਪਰੂਵਮੈਂਟ ਹੁੰਦੀ ਹੈ। Writing is not just a hobby for me, it's a fundamental part of who I am, ਤੇ ਲਿਖਣਾ ਮੇਰੀ ਸਿਰਫ ਆਪਾਂ ਇਹ ਕਹਿ ਸਕਦੇ ਇੱਕ ਸ਼ੌਕ ਨਹੀਂ ਹੈ, ਇਹ ਮੇਰੀ ਹੋਂਦ ਦਾ ਇੱਕ ਹਿੱਸਾ ਹੈਗਾ। ਉਵੇਂ ਹੀ ਮੰਨ ਲਓ ਕਿਸੇ ਨੂੰ ਡਰਾਇੰਗ ਪਸੰਦ ਹੈ ਤਾਂ ਉਹ ਇਹ ਸਾਰੇ ਪੁਆਇੰਟਸ ਲਿਖ ਸਕਦਾ ਹੈ ਜਿਹਦੇ ਵਿੱਚ ਮੈਂ ਲਿਖਿਆ, ਜਿਵੇਂ ਡਰਾਇੰਗ ਹੈਜ਼ ਬੀਨ ਮਾਈ ਪੈਸ਼ਨ ਸਿੰਸ ਆਈ ਵਾਜ਼ ਅ ਚਾਈਲਡ, ਜਦ ਤੋਂ ਮੈਂ ਬੱਚਾ ਸੀ ਉਦੋਂ ਤੋਂ ਹੀ ਮੈਨੂੰ ਸ਼ੌਕ ਹੈ ਡਰਾਇੰਗ ਕਰਨ ਦਾ। I love creating intricate designs and bringing my imagination to life on paper, ਕਹਿਣ ਦਾ ਮਤਲਬ ਵੀ ਜੋ ਵੀ ਮੈਂ ਸੋਚਦੀ ਹਾਂ ਉਹ ਚੀਜ਼ ਨੂੰ ਜ਼ਿੰਦਗੀ ਦੇਣਾ ਤੇ ਉਹਨੂੰ ਲਾਈਫ ਦੇ ਵਿੱਚ ਲੈ ਕੇ ਆਣਾ, ਮਤਲਬ ਲਾਈਵ ਕਰ ਦੇਣਾ, ਉਹ ਮੈਨੂੰ ਪਸੰਦ ਹੈ। ਵੀ ਜੋ ਸੋਚਿਆ ਕੈਰੈਕਟਰ ਇਹ ਜਿਹਾ ਹੋ ਸਕਦਾ, ਪਰੀ ਹੋ ਸਕਦੀ ਹੈ, ਕੁਝ ਹੋਰ ਹੋ ਸਕਦਾ ਹੈ। ਇੰਟਰੀਕੇਟ ਕਹਿਣ ਦਾ ਮਤਲਬ ਜਿਹਦੇ ਵਿੱਚ ਬਹੁਤ ਡਿਟੇਲ ਹੋਏ, ਵੀ ਇਦਾਂ ਦੀ ਲੋਕ ਅੱਖਾਂ, ਇਦਾਂ ਦੀਆਂ ਨੱਕ, ਇਦਾਂ ਹੱਥ,
ਉਹ ਅਸਲੀਅਤ ਵਿੱਚ ਲੈ ਕੇ ਆਣਾ ਡਰਾ ਕਰਕੇ ਮੈਨੂੰ ਵਧੀਆ ਲੱਗਦਾ ਹੈ। ਮਾਈ ਫੇਵਰੇਟ ਸਬਜੈਕਟਸ ਟੂ ਡਰਾ ਆਰ ਲੈਂਡਸਕੇਪਸ, ਜਿਵੇਂ ਕੋਈ ਵੱਡੀਆ ਜੀ ਕੋਈ ਪਹਾੜੀ ਬਣਾਤੀ, ਠੀਕ ਹੈ, ਕੋਈ ਬੀਚ ਦਾ ਸੀਨ ਬਣਾਤਾ, ਫੈਂਟਸੀ ਕ੍ਰੀਚਰਸ ਜਿਹੜੇ ਤੁਸੀਂ ਸੋਚਦੇ ਹੋ, ਕਲਪਨਾਈ ਕ੍ਰੀਚਰਸ, ਬਿਕਾਜ਼ ਦੇ ਅਲਾਉ ਮੀ ਟੂ ਐਕਸਪਲੋਰ ਡਿਫਰੈਂਟ ਵਰਲਡਸ, ਕਿਉਂਕਿ ਫਿਰ ਤੁਸੀਂ ਡਿਫਰੈਂਟ ਟੌਪਿਕਸ ਨੂੰ ਇੱਕ ਤਰੀਕੇ ਨਾਲ ਛੂ ਸਕਦੇ ਹੋ। I often find inspiration from nature and the beauty around me, ਤੇ ਮੈਨੂੰ ਇਸ ਸਭ ਦੀ ਜਿਹੜੀ ਆਪਾਂ ਇਹ ਕਹਿ ਸਕਦੇ ਹਾਂ ਮੈਨੂੰ ਪ੍ਰੇਰਨਾ ਮਿਲਦੀ ਹੈ ਉਹ ਆਪਣੇ ਆਲੇ ਦੁਆਲੇ ਦੀ ਸੁੰਦਰਤਾ ਤੇ ਕੁਦਰਤ ਤੋਂ ਮਿਲਦੀ ਹੈ। Drawing helps me to relax and express my emotions in a creative way, ਤੇ ਮੈਨੂੰ ਅਕਸਰ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੀ ਡਰਾਇੰਗ ਹੈਗੀ ਹੈ ਉਹ ਮੈਨੂੰ ਆਰਾਮ ਦਿੰਦੀ ਹੈ ਤੇ ਨਾਲ ਦੀ ਨਾਲ ਮੇਰੀ ਭਾਵਨਾਵਾਂ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਬਾਹਰ ਉਭਾਰਦੀ ਹੈ। I enjoy experimenting with different mediums like pencils, charcoal, watercolors, ਤੇ ਮੈਨੂੰ ਨਾ ਪੈਨਸਿਲ ਹੋ ਗਈ ਜਾਂ ਚੌਕ ਦੇ ਨਾਲ ਕਾਲੇ ਜੇ ਪੇਂਟਿੰਗ ਕਲਰਸ ਵਰਗੇ ਵੱਖ-ਵੱਖ ਜਿਹੜੇ ਮਾਧਿਅਮ ਹੈਗੇ ਨੇ ਉਹਨਾਂ ਨਾਲ ਉਹਨਾਂ ਦਾ ਪ੍ਰਯੋਗ ਕਰਕੇ ਵਧੀਆ ਲੱਗਦਾ, ਆਨੰਦ ਆਉਂਦਾ ਪੇਂਟਿੰਗ ਕਰਦੇ ਹੋਏ, ਡਰਾਇੰਗ ਕਰਦੇ ਹੋਏ। My dream is to become a professional artist and have my work displayed in galleries, ਤੇ ਮੈਂ ਚਾਹੁੰਦੀ ਹਾਂ ਵੀ ਮੈਂ ਇੱਕ ਵਧੀਆ ਜੀ ਆਰਟਿਸਟ ਬਣਾ ਜਿਹਦੀ ਡਰਾਇੰਗ ਜਿਹੜੀ ਹੈ ਲੋਕ ਦੂਰ ਦੂਰ ਤੋਂ ਦੇਖਣ ਆਣ। ਉਸ ਤੋਂ ਇਲਾਵਾ I practice drawing every day to improve my skill and try new techniques, ਮੈਂ ਰੋਜ਼ ਡਰਾਇੰਗ ਦੀ ਪ੍ਰੈਕਟਿਸ ਕਰਦੀ ਹਾਂ ਤਾਂ ਕਿ ਇਹ ਹੁਨਰ ਜਿਹੜਾ ਹੋਰ ਉਭਾਰ ਸਕਾਂ ਤੇ ਨਾਲ ਦੀ ਨਾਲ ਨਵੀਆਂ ਟੈਕਨੀਕਸ ਸਿੱਖ ਸਕਾਂ। Receiving feedback from my art teachers and friends motivates me to keep honing my ਕਰਾਫਟ, ਵੀ ਜਦ ਵੀ ਮੈਨੂੰ ਫੀਡਬੈਕ ਮਿਲਦਾ ਹੈ ਕਿਸੇ ਤੋਂ ਵੀ ਤੁਸੀਂ ਇਹ ਇਦਾਂ ਨਹੀਂ ਇਦਾਂ ਕਰੋ, ਉਹਦੇ ਨਾਲ ਮੇਰਾ ਜਿਹੜਾ ਆਪਾਂ ਇਹ ਕਹਿ ਸਕਦੇ ਹਾਂ ਹੋਨਿੰਗ ਦਾ ਮਤਲਬ ਹੁੰਦਾ ਹੈ ਹੋਰ ਜ਼ਿਆਦਾ ਵਧੀਆ ਹੁੰਦਾ, ਉੱਭਰ ਕੇ ਆਉਂਦਾ ਹੈ ਹੁਨਰ। Drawing is not just my hobby for me, it's a way to communicate my thoughts and ideas visually, ਇਹ ਸਿਰਫ ਮੇਰੀ ਇੱਕ ਆਪਾਂ ਇਹ ਕਹਿ ਸਕਦੇ ਹਾਂ ਸ਼ੌਕ ਨਹੀਂ ਹੈ, ਬਟ ਇਹ ਤਰੀਕਾ ਹੈ ਜਿਹਦੇ ਨਾਲ ਮੇਰੇ ਵਿਚਾਰ ਮੇਰੇ ਆਈਡੀਆ ਜਿਹੜੇ ਨੇ ਸਾਹਮਣੇ ਆ ਕੇ ਪ੍ਰਗਟ ਹੁੰਦੇ ਨੇ। ਉਵੇਂ ਹੀ ਮੈਂ ਇੱਥੇ ਸਿੰਗਿੰਗ ਬਾਰੇ ਲਿਖਿਆ, ਤੁਸੀਂ ਚਾਹੇ ਤਾਂ ਇਹਨੂੰ ਵੀ ਕਾਪੀ ਕਰ ਸਕਦੇ ਹੋ ਵੀਡੀਓ ਪੌਜ਼ ਕਰਕੇ, ਠੀਕ ਹੈ ਜੀ। ਇੱਕ ਹੋਰ ਐਕਟੀਵਿਟੀ ਇੱਥੇ ਦਿੱਤੀ ਗਈ ਹੈ ਤੇ ਕਿਹਾ ਗਿਆ ਸਟੂਡੈਂਟਸ will be asked to sit in groups of 5, ਪੰਜ ਬੱਚਿਆਂ ਦੇ ਗਰੁੱਪਸ ਦੇ ਵਿੱਚ ਤੁਸੀਂ ਬੈਠਣਾ ਹੈ ਤੇ each group will come forward and recite a poem from the book, ਤੇ ਇੱਕ ਬੱਚਾ ਜਿਹੜਾ ਹੈ ਗਰੁੱਪ ਦਾ ਜਾਂ ਸਾਰੇ ਬੱਚੇ ਇਕੱਠੇ ਆ ਕੇ ਪੋਇਮ ਜਿਹੜੀ ਹੈਗੀ ਆ ਉਹਨੂੰ ਗਾਣਗੇ। First, the students in different groups can recite this composition by looking at it. ਪਹਿਲਾਂ ਤੁਸੀਂ ਇਹਨੂੰ ਦੇਖ ਕੇ recite ਕਰ ਸਕਦੇ ਹੋ ਜਿਹੜੀ ਵੀ poem ਹੈ। Then the same poem will be recited orally by the students in the next week's period. ਫਿਰ ਪਹਿਲਾਂ ਦੇਖ ਕੇ ਪੜ੍ਹ ਸਕਦੇ ਹੋ, ਫਿਰ ਮੂੰਹ ਜ਼ਬਾਨੀ ਪੜ੍ਹ ਸਕਦੇ ਹੋ। There will be a poetry competition. Students will be awarded first, second, third. ਫਿਰ ਇੱਕ competition ਕਰਾਇਆ ਜਾ ਸਕਦਾ, ਹੋ ਸਕਦਾ ਤੁਹਾਡੇ ਟੀਚਰ ਕਰਾਣ ਤੇ ਫਰਸਟ ਸੈਕਿੰਡ ਥਰਡ ਪੋਜੀਸ਼ਨ ਦਿੱਤੀ ਜਾਏਗੀ ਬਾਈ ਦ ਟੀਚਰ ਇਨ ਦ ਮਾਰਨਿੰਗ ਅਸੈਂਬਲੀ ਵਿੱਚ ਹੋਏਗਾ। ਔਨ ਦ ਫੋਲੋਇੰਗ ਡੇ ਦੇਅਰ ਨੇਮਸ ਵਿਲ ਬੀ ਡਿਸਪਲੇਡ, ਤੇ ਨਾਮ ਜਿਹੜੇ ਨੇ ਨੋਟਿਸ ਬੋਰਡ ਤੇ ਲਿਖੇ ਜਾਣਗੇ, ਟੀਚਰ ਕਰਾਣਗੇ ਤੁਹਾਡੇ। ਤੇ ਉਵੇਂ ਹੀ ਇੱਕ ਹੋਰ ਐਕਟੀਵਿਟੀ ਦਿੱਤੀ ਗਈ ਹੈ। ਇਨ ਦਿਸ ਐਕਟੀਵਿਟੀ 1 minute time will be given for on the spot speech about the importance of any subject like science, mathematics, social science. ਮਤਲਬ ਤੁਹਾਨੂੰ ਸਾਹਮਣੇ ਖੜਾ ਕਰਕੇ ਨਾ ਬੱਚਿਆਂ ਅੱਗੇ 1 ਮਿੰਟ ਦਿੱਤਾ ਜਾਏਗਾ ਸੋਚਣ ਦੇ ਲਈ ਵੀ ਤੁਸੀਂ ਇੰਪੋਰਟੈਂਸ ਦੱਸੋ ਸਾਇੰਸ ਦੀ ਕੀ ਹੈ, ਜਿਵੇਂ ਮੈਥਸ ਦੀ ਕੀ ਇੰਪੋਰਟੈਂਸ ਹੈਗੀ ਹੈ, ਅਹਿਮੀਅਤ ਹੈਗੀ ਆ, ਕੋਈ ਵੀ ਟੌਪਿਕ ਦਿੱਤਾ ਜਾਏਗਾ, ਠੀਕ ਹੈ। ਤੇ ਵਾਰੀ ਬੱਚੇ ਆਣਗੇ, ਸਟੂਡੈਂਟਸ ਵਿਲ ਬੀ ਕਾਲਡ ਟਰਨ ਬਾਈ turn, they will be given few minutes to prepare and then they will be asked to speak again, ਵੀ ਤਿਆਰੀ ਕਰਕੇ ਫਿਰ ਵਾਪਸ ਬੋਲੋ। The result of this of speaking for the first time and second time will be very different. ਪਹਿਲਾਂ ਤੁਸੀਂ ਬੋਲੋਗੇ ਫਿਰ ਉਸ ਤੋਂ ਬਾਅਦ ਤਿਆਰੀ ਕਰਕੇ ਬੋਲੋਗੇ, ਉਹ ਵੱਖਰਾ ਹੋਏਗਾ, ਥੋੜਾ ਕੌਨਫੀਡੈਂਸ ਆ ਜਾਂਦਾ ਹੈ ਨਾ। The result will be better for the students who participated in this work for the second time with more preparation, ਜਿਹੜੇ ਹੋਰ ਮਿਹਨਤ ਕਰਕੇ second time ਦੁਬਾਰਾ ਆਪਣੇ ਆਪ ਨੂੰ ਇਸ ਐਗਜ਼ਾਮ ਲਈ ਦੇਣ, ਮਤਲਬ ਖੜੇ ਹੋ ਕੇ ਬੋਲਣਗੇ ਟੌਪਿਕ ਕੋਈ, ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬੋਲ ਪਾਣਗੇ ਕਿਉਂਕਿ ਉਹਨਾਂ ਨੇ ਪ੍ਰੈਕਟਿਸ ਵੀ ਕਰ ਲਈ, ਐਕਸਪੀਰੀਅੰਸ ਵੀ ਕਰ ਲਿਆ ਤੇ ਹੁਨਰ ਨੂੰ ਉਭਾਰਨ ਦਾ ਇੱਕ ਤਰੀਕਾ ਹੈ। ਅੱਗੇ ਐਕਸਰਸਾਈਜ਼ ਦਿੱਤੀ ਗਈ ਹੈ, ਦੱਸਣਾ ਟਰੂ ਜਾਂ ਫਾਲਸ। ਰਿਪੀਟਡ ਪ੍ਰੈਕਟਿਸ ਸ਼ਾਰਪਨਸ ਦ ਸਕਿੱਲ, ਵਾਰ ਅਭਿਆਸ ਕਰਨ ਦੇ ਨਾਲ ਹੁਨਰ ਜਿਹੜਾ ਹੈ ਉਹ ਹੋਰ ਉਭਰ ਕੇ ਆਉਂਦਾ ਹੈ। ਟਰੂ। ਸਿੰਗਿੰਗ ਕੈਨ ਬੀ ਰਿਫਾਈਨਡ ਵਿਦ ਪ੍ਰੈਕਟਿਸ, ਗਾਉਣ ਦੇ ਨਾਲ, ਗਾਉਣ ਦਾ ਅਭਿਆਸ ਕਰਨ ਦੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਵੀ ਉਹ ਵਧੀਆ ਹੋ ਸਕਦਾ ਹੈ ਹੁਨਰ, ਬਿਲਕੁਲ। ਸਕਿੱਲਸ ਆਰ ਗਿਵਨ to the lucky people by birth, ਮਤਲਬ ਜਿਹੜੇ ਖੁਸ਼ਕਿਸਮਤ ਲੋਕ ਹੁੰਦੇ ਨੇ ਉਹਨਾਂ ਕੋਲ ਹੀ ਜਨਮ ਤੋਂ ਇਹ ਹੁਨਰ ਆਉਂਦੇ ਨੇ। He who has not got this
ਬੂਨ ਕੈਨ ਨਾਟ ਡੂ ਐਨੀਥਿੰਗ, ਤੇ ਜਿਹਦੇ ਕੋਲ ਬਚਪਨ ਤੋਂ ਇੱਕ ਬੂਨ ਨਹੀਂ ਹੈ, ਮਤਲਬ ਇਹ ਹੁਨਰ ਨਹੀਂ, ਉਹ ਕੁਝ ਨਹੀਂ ਕਰ ਸਕਦਾ, ਇਹ ਗਲਤ ਹੈ, ਇਹ ਉਭਾਰਿਆ ਜਾਂਦਾ ਹੈ। ਟੈਲੈਂਟ ਸ਼ੁੱਡ ਆਲਸੋ ਬੀ ਟ੍ਰੇਨਡ ਟੂ ਬੀ ਕਾਰਵਡ, ਮਤਲਬ ਜਿਹੜਾ ਹੁਨਰ ਹੈਗਾ ਉਹਦੀ ਟ੍ਰੇਨਿੰਗ ਕਰਨਾ, ਉਹਨੂੰ ਹੋਰ ਉਭਾਰਨਾ ਬਹੁਤ ਜ਼ਰੂਰੀ ਹੈਗਾ। ਇਹ ਨਹੀਂ ਵੀ ਹੁਨਰ ਹੈਗਾ ਤਾਂ ਬਿਲਕੁਲ ਹੀ ਠੀਕ ਹੋਏਗਾ, ਉਹਦੀ ਪ੍ਰੈਕਟਿਸ ਕਰਕੇ ਉਹਨੂੰ ਠੀਕ ਕਰਨਾ ਜ਼ਰੂਰੀ ਹੈ, ਇਹ ਵੀ ਟਰੂ ਹੈ। ਅੱਗੇ ਸਮਰੀ ਦਿੱਤੀ ਹੈ, ਯੂ ਕੈਨ ਹੈਵ ਐਨੀ ਸਕਿੱਲ, ਟੈਲੈਂਟ, ਐਬਿਲਿਟੀ, ਤੁਹਾਡੇ ਕੋਲ ਕੋਈ ਵੀ ਹੁਨਰ ਪ੍ਰਭਾਵਿਤ ਕਰਨ ਦੀ ਕੋਈ ਵੀ ਹੋ ਸਕਦੀ ਹੈ, ਯੋਗਤਾ ਹੋ ਸਕਦੀ ਹੈ। ਇਟ ਰਿਕੁਆਇਰਸ ਕਨਸਟੈਂਟ ਹਾਰਡ ਵਰਕ ਐਂਡ ਕਨਸੈਂਟਰੇਸ਼ਨ ਟੂ ਕਲਟੀਵੇਟ ਇਟ, ਪਰ ਇਸ ਨੂੰ ਲਗਾਤਾਰ ਤੁਹਾਨੂੰ ਮਿਹਨਤ ਕਰਨੀ ਪਏਗੀ, ਇਹਨੂੰ ਇਕਾਗਰਤਾ ਦੇ ਨਾਲ ਇਹਨੂੰ ਵਧੀਆ ਕਰਨਾ ਪਏਗਾ ਜੇ ਇਹਨੂੰ ਹੁਨਰ ਨੂੰ ਹੋਰ ਉਭਾਰਨਾ। You can flourish your talent by practicing again and again and by updating your knowledge about your talent. ਤੁਸੀਂ ਪ੍ਰੈਕਟਿਸ ਕਰੋ ਵਾਰ-ਵਾਰ ਤੇ ਨਾਲ ਦੀ ਨਾਲ ਆਪਣੀ ਜਿਹੜੀ ਨੌਲੇਜ ਹੈਗੀ, ਆਪਣੇ ਗਿਆਨ ਨੂੰ ਹੋਰ ਉਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਵਧੌਤਰੀ ਕਰੋ, ਤਾਂ ਕਿ ਤੁਸੀਂ ਜਿਹੜਾ ਨਈ ਟੈਕਨੀਕਸ ਹੈਗੀਆਂ ਨੇ ਉਹਨੂੰ ਵੀ ਸਿੱਖ ਸਕੋ ਤੇ ਆਪਣੇ ਹੁਨਰ ਨੂੰ ਹੋਰ ਵਧੀਆ ਤਰੀਕੇ ਨਾਲ ਉਭਾਰ ਸਕੋ। ਤੇ ਅਸੀਂ ਅੱਜ ਦੀ ਕਲਾਸ ਨੂੰ ਅਗਲੀ ਵੀਡੀਓ ਜਿਹੜੀ ਹੈਗੀ ਆ ਬੀ ਪਾਰਟੀ, ਉਹ ਵੀ ਅਪਲੋਡਡ ਹੈਗੀ ਆ, ਤੁਸੀਂ ਜਾ ਕੇ ਪਲੇਲਿਸਟ ਚੈੱਕ ਕਰ ਸਕਦੇ ਹੋ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ। ਫਿਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।